ਗੁੱਡ ਮਾਰਨਿੰਗ। ਜੈ ਮਸੀਹ ਦੀ, ਪ੍ਰੇਜ਼ ਲਾਰਡ। ਜਿੰਦਾ ਪਰਮੇਸ਼ਰ ਚੈਨਲ ਦੇ ਵਿੱਚ ਮੈਂ ਤੁਹਾਨੂੰ ਵੈਲਕਮ ਕਰਦੀ ਹਾਂ। ਆਮੀਨ, ਜੀਸਸ ਨੇਮ, ਆਮੇਨ। ਅੱਜ ਦਾ ਦਿਨ ਬਹੁਤ ਪਿਆਰਾ ਦਿਨ ਹੈ। ਪਰਮੇਸ਼ਰ ਦਾ ਧੰਨਵਾਦ ਹੈ ਕਿ ਅੱਜ ਦੇ ਦਿਨ ਦੇ ਵਿੱਚ ਬਾਹਰ ਸਰਦੀ ਹੈ ਪਰ ਸ਼ੈਨ ਹੈ ਔਰ ਮੌਸਮ ਪਿਆਰਾ ਹੈ। ਨੈਵਰ ਮਾਈਂਡ, ਪਰ ਇਜ਼ ਕੋਲਡ ਵੈਦਰ। ਮੈਂ ਤੁਹਾਨੂੰ ਅੱਜ ਇਹੀ ਦੱਸਣਾ ਚਾਹੁੰਦੀ ਹਾਂ ਕਿ ਪਰਮੇਸ਼ਰ ਨੇ, ਜਦੋਂ ਮੈਂ ਸਵੇਰੇ ਡੇਲੀ ਬ੍ਰੈਡ ਪੜ੍ਹ ਰਹੀ ਸੀ ਤੇ ਪਰਮੇਸ਼ਰ ਨੇ ਮੈਨੂੰ 2 ਕਰੰਥੀਅਨ ਔਰ ਚੈਪਟਰ 2 ਦਿੱਤਾ ਸੀ। ਮੈਂ ਹੁਣੇ ਤੁਹਾਡੀ ਜ਼ਿੰਦਗੀ 'ਚੋਂ ਵਚਨਾਂ ਨੂੰ ਰਿਲੀਜ਼ ਕਰਾਂਗੀ। ਸਭ ਤੋਂ ਪਹਿਲੇ ਤਾਂ ਮੈਂ ਤੁਹਾਨੂੰ ਇਹੀ ਸਮਝਾਉਣਾ ਚਾਹਾਂਗੀ, ਜਿੰਨੇ ਵੀ ਮਸੀਹ ਭੈਣ ਭਰਾ ਨੇ, ਜੇ ਤੁਸੀਂ ਨੇਚਰ 'ਚ ਕਮਜ਼ੋਰ ਹੋ, ਮੰਗਣਾ ਸ਼ੁਰੂ ਕਰੋ ਕਿ ਪਰਮੇਸ਼ਰ ਤੁਹਾਨੂੰ ਫੇਥਫੁਲ ਬਣਾਏ, ਤਾਂ ਕਿ ਜਦੋਂ ਆਉਣ ਵਾਲੇ ਟਾਈਮਾਂ ਦੇ ਵਿੱਚ ਅਗਰ ਤੁਹਾਡੇ ਬੇਟੇ ਬੇਟੀਆਂ ਬਲੀਵਰ ਨਹੀਂ ਜਾਂ ਕਮਜ਼ੋਰ ਨੇ, ਜਾਂ ਪਤੀ ਬਲੀਵਰ ਨਹੀਂ ਜਾਂ ਪਤਨੀ ਬਲੀਵਰ ਨਹੀਂ, ਉਹਨਾਂ ਦੇ ਲਈ ਮਸਟ ਵੀ ਤੁਹਾਨੂੰ ਪ੍ਰੇ ਜ਼ਰੂਰ ਕਰਨੀ ਚਾਹੀਦੀ ਹੈ ਔਰ ਕਲੇਮ ਕਰਨਾ ਚਾਹੀਦਾ ਕਿ ਪਰਮੇਸ਼ਰ ਨੇ ਕਿਹਾ ਨਾ ਕਿ ਤੂੰ ਬਚ, ਮੈਂ ਤੇਰਾ ਘਰਾਨਾ ਬਚਾਇਆ ਜਾਵਾਂਗਾ। ਇਸ ਲਈ ਸਾਨੂੰ ਪਰਮੇਸ਼ਰ ਦੇ ਵਚਨਾਂ ਦੇ ਉੱਪਰ ਚੱਲਣਾ ਹੈ, ਕਿਉਂਕਿ ਦੇਖੋ ਛੋਟਾ ਜਿਹਾ ਬੋਲ ਹੁੰਦਾ ਹੈ ਨਾ, ਇੱਕ ਬੋਲ ਵੱਡੇ ਹੁੰਦੇ ਆ, ਛੋਟੇ ਹੁੰਦੇ ਆ, ਕਈ ਤਰ੍ਹਾਂ ਦੇ ਬੰਟੀ ਬੋਲ ਵੀ ਹੁੰਦੇ ਆ, ਛੋਟੇ ਛੋਟੇ ਕਈ ਤਰ੍ਹਾਂ ਦੇ ਬੋਲ ਹੁੰਦੇ ਆ। ਤੇ ਅਸੀਂ ਉਸ ਜੇ ਅਗਰ ਆਪਾਂ ਫੇਥਫੁਲ ਨਹੀਂ ਹੈਗੇ ਤੇ ਇਨਸਾਨ ਹੀ ਕੋ ਬੋਲ ਦੀ ਤਰ੍ਹਾਂ ਹੈ। ਸ਼ੈਤਾਨ ਜਿੱਧਰੋਂ ਆਏ ਉਹਨੂੰ ਕਿੱਕ ਮਾਰ ਜਾਂਦਾ ਹੈ, ਕਿਉਂਕਿ ਉਹਦੇ ਅੰਦਰ ਵਿਸ਼ਵਾਸ ਨਹੀਂ ਹੈਗਾ। ਵਿਸ਼ਵਾਸ ਤੁਹਾਡੇ ਹੋਣਾ ਬੜਾ ਇੰਪੋਰਟੈਂਟ ਹੈ। ਜਿਸ ਤਰ੍ਹਾਂ ਕਿ ਮੇਰੇ ਘਰ ਦੇ ਵਿੱਚ ਕੋਈ ਵਿਸ਼ਵਾਸੀ ਨਹੀਂ ਹੈਗਾ, ਪਰ ਪਰਮੇਸ਼ਰ ਦੇ ਵਿਸ਼ਵਾਸ ਨੇ ਜਿਹੜਾ ਮੈਨੂੰ ਦਿੱਤਾ ਹੈ, ਪਰਮੇਸ਼ਰ ਦੇ ਵਿਸ਼ਵਾਸ ਦੇ ਨਾਲ ਪਰਮੇਸ਼ਰ ਦਾ ਧੰਨਵਾਦ ਕਰਦੀ ਹਾਂ। ਮਸੀਹ ਭੈਣਾਂ ਭਰਾਵਾਂ ਦਾ ਵੀ, ਔਰ ਜਿਹੜੇ ਪ੍ਰਾਰਥਨਾ ਦੇ ਵਿਸ਼ਵਾਸ ਕਰਦੇ ਨੇ ਤੇ ਪਰਮੇਸ਼ਰ ਉਹਨਾਂ ਨੂੰ ਉਹਨਾਂ ਦੀ ਪ੍ਰਾਰਥਨਾ ਦਾ ਜਦੋਂ ਆਨਸਰ ਦਿੰਦਾ ਤੇ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ, ਕਿਉਂਕਿ ਪਰਮੇਸ਼ਰ ਕਹਿੰਦਾ ਹੈ ਇੱਕ ਇਨਸਾਨ ਸੀਡ ਬੀਜਦਾ ਹੈ ਔਰ ਦੂਸਰਾ ਡਰੇਨ ਕਰਦਾ ਹੈ। ਇਨਸਾਨ ਜਦੋਂ ਸੀਡ ਬੀਜਦਾ ਹੈ ਤੇ ਪਵਿੱਤਰ ਆਤਮਾ ਹੋਲੀ ਸਪਿਰਿਟ ਡਰੇਨ ਕਰਦੀ ਹੈ, ਤੇ ਉਹ ਜਦੋਂ ਪ੍ਰਾਰਥਨਾ ਦਾ ਆਨਸਰ ਮਿਲਦਾ ਹੈ ਉਹਦੇ ਨਾਲ ਸਾਡਾ ਫੇਥ ਹੋਰ ਵੱਡਾ ਹੋ ਜਾਂਦਾ ਹੈ, ਕਿਉਂਕਿ ਇਨਸਾਨ ਹੈ ਜਿਹੜਾ ਉਹ ਕਮਜ਼ੋਰ ਹੈ, ਕਿਉਂਕਿ ਉਹਨੇ ਮਿੱਟੀ ਤੋਂ ਬਣਿਆ ਹੈ ਇਨਸਾਨ ਨੇ, ਤੇ ਮਿੱਟੀ 'ਚ ਮਰ ਕੇ ਚਲਾ ਜਾਣਾ ਹੈ। ਤੇ ਜਿਹੜਾ ਤੁਹਾਡੇ ਜ਼ਿੰਦਗੀ ਦੇ ਵਿੱਚ ਤੁਹਾਡਾ ਫੇਥ ਹੋਏਗਾ, ਉਹ ਤੁਹਾਡੇ ਬੱਚਿਆਂ ਦੀ ਜ਼ਿੰਦਗੀ ਦੇ ਵਿੱਚ ਇੱਕ ਬਹੁਤ ਵੱਡਾ ਸਟਰੋਂਗ ਪਿਲਰ ਹੋ ਜਾਏਗਾ। ਉਹਦੇ ਲਈ ਤੁਹਾਨੂੰ ਬਹੁਤ ਹੁਸ਼ਿਆਰ ਰਹਿਣਾ ਪੈਣਾ ਹੈ ਕਿ ਆਪਣੇ ਬੇਟੇ ਜਾਂ ਬੇਟੀ ਦੇ ਲਈ, ਜਾਂ ਜੋ ਪਤਨੀ ਬਲੀਵਰ ਹੈ ਪਤੀ ਦੇ ਲਈ, ਜਾਂ ਪਤੀ ਬਲੀਵਰ ਹੈ ਪਤਨੀ ਦੇ ਲਈ, ਗ੍ਰੈਂਡ ਚਿਲਡਰਨ ਲਈ ਬਹੁਤ ਇੰਪੋਰਟੈਂਟ ਚੀਜ਼ ਹੈ ਕਿ ਤੁਹਾਡੀ ਲਾਈਫ 'ਚ ਵਿਸ਼ਵਾਸ ਹੋਣਾ ਬੜਾ ਇੰਪੋਰਟੈਂਟ ਹੈ। ਵਿਸ਼ਵਾਸ ਤੁਸੀਂ ਜਦੋਂ ਤੱਕ ਮੰਗੋਗੇ ਨਹੀਂ ਪਰਮੇਸ਼ਰ ਯਿਸੂ ਮਸੀਹ ਦੇ ਨਾਂ 'ਚ ਪਿਤਾ ਜੀ ਕੋਲੋਂ, ਤੇ ਤੁਹਾਨੂੰ ਨਹੀਂ ਮਿਲੇਗਾ। ਤੁਹਾਨੂੰ ਮੰਗਣਾ ਪੈਣਾ ਬਾਰ-ਬਾਰ। ਕਈ ਵਾਰੀ ਜਦੋਂ ਤੁਸੀਂ ਵਿਸ਼ਵਾਸ 'ਚ ਕਮਜ਼ੋਰ ਹੁੰਦੇ ਹੋ ਤੇ ਤੁਹਾਡੇ ਨੁਕਸਾਨ ਹੋ ਜਾਂਦੇ ਨੇ ਔਰ ਤੁਸੀਂ ਘਬਰਾ ਜਾਂਦੇ ਹੋ, ਤੇ ਫਿਰ ਉਹ ਜਿਹੜੇ ਤੁਹਾਡੇ ਨੁਕਸਾਨ ਹੋ ਜਾਂਦੇ ਨੇ, ਫਿਰ ਤੁਸੀਂ ਡਿੱਗ ਵੀ ਪੈਂਦੇ ਹੋ। ਤੇ ਬਲੀਵਰ ਜਦੋਂ ਡਿੱਗ ਪੈਂਦੇ ਨੇ ਫਿਰ ਉੱਠ ਖੜੇ ਹੁੰਦੇ ਆ। ਤੇ ਜੇ ਤੁਹਾਡੇ ਵਿੱਚ ਵਿਸ਼ਵਾਸ, ਅਗਰ ਫੇਥ ਹੈਗਾ ਨਾ, ਤੁਸੀਂ ਇਨਸਾਨ ਨੇ ਵਚਨਾਂ 'ਚ, ਪਰਮੇਸ਼ਰ ਦੇ ਵਚਨਾਂ 'ਚ ਲਿਖਿਆ, ਇਨਸਾਨ ਆਪਣੇ ਦੁਸ਼ਮਣਾਂ ਦੀ ਕੰਧ ਨੂੰ ਜੰਪ ਮਾਰ ਸਕਦਾ ਹੈ, ਕੰਧ ਟੱਪ ਸਕਦਾ ਆਪਣੇ ਦੁਸ਼ਮਣਾਂ ਦੀ। ਤੇ ਇਸ ਲਈ ਤੁਸੀਂ ਆਪਣੀ ਤਾਕਤ ਨਾਲ ਕੁਛ ਨਹੀਂ ਕਰ ਸਕਦੇ। ਜੇ ਤੁਹਾਡੇ ਵਿੱਚ ਫੇਥਫੁਲ ਹੈ, ਵਿਸ਼ਵਾਸ ਹੈ, ਤੇ ਉਹ ਤਾਕਤ ਤੁਹਾਨੂੰ ਇੰਨਾ ਜ਼ਿਆਦਾ ਮਜ਼ਬੂਤ ਬਣਾ ਦਿੰਦੀ ਹੈ ਕਿ ਇੱਕ ਇੰਨੀ ਸਟਰੋਂਗ ਬਣਾ ਦਿੰਦਾ ਹੈ ਕਿ ਤੁਸੀਂ ਗਿਰ ਵੀ ਜਾਓਗੇ ਤੇ ਉੱਠ ਜਾਓਗੇ। ਪਰ ਤੁਹਾਨੂੰ ਸ਼ੈਤਾਨ ਨੂੰ ਮੌਕਾ ਨਹੀਂ ਦੇਣਾ ਚਾਹੀਦਾ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਕੀ ਚੱਲ ਰਿਹਾ ਜਾਂ ਕੀ ਆ ਰਿਹਾ ਹੈ। ਆਪਣੀਆਂ ਸਾਰੀਆਂ ਜ਼ਰੂਰਤਾਂ, ਆਪਣੀਆਂ ਸਾਰੀਆਂ ਫਿਕਰਾਂ, ਆਪਣੀਆਂ ਸਾਰੀਆਂ ਸੋਚਾਂ, ਆਪਣੀਆਂ ਸਾਰੀਆਂ ਪਲੈਨਿੰਗਾਂ ਪਰਮੇਸ਼ਰ ਦੇ ਹੱਥ 'ਚ ਦੇ ਦਿਓ। ਜਿਸ ਟਾਈਮ 'ਤੇ ਤੁਸੀਂ ਪ੍ਰੇ ਕਰਦੇ ਹੋ, ਨਾਈਟ ਨੂੰ ਜਾਂ ਬਿਸਤਰੇ 'ਚ ਜਾਂਦੇ ਜਾਂ ਸਵੇਰੇ ਉੱਠਦੇ ਆ, ਮਿਡ ਨਾਈਟ 'ਚ ਜਦੋਂ ਵੀ ਪ੍ਰੇ ਕਰਦੇ ਹੋ, ਆਪਣੀਆਂ ਐਵਰੀ ਡੇ ਦੀਆਂ ਜ਼ਰੂਰਤਾਂ ਆਪਣੇ ਪਰਮੇਸ਼ਰ ਨੂੰ ਦੇਵੋ। ਜਿੱਦਾਂ ਕਿ ਮੇਰੇ ਪਰਮੇਸ਼ਰ ਦਾ ਮੈਂ ਧੰਨਵਾਦ ਕਰਦੀ ਹਾਂ, ਜਿੱਦਾਂ ਕਿ ਮੇਰਾ ਬੇਟਾ ਹੈ ਅਨਬਲੀਵਰ ਹੈ, ਬੱਚੇ ਸਾਰੇ ਅਨਬਲੀਵਰ ਨੇ, ਪਰ ਮੇਰੇ ਪਰਮੇਸ਼ਰ ਮੇਰੀ ਬਿਹੇਵੀਅਰ ਤੇ ਮੇਰੇ ਬੱਚਿਆਂ ਦੀਆਂ ਜ਼ਰੂਰਤਾਂ ਪੂਰੀਆਂ ਕਰਦਾ ਹੈ, ਕਿਉਂਕਿ ਮੈਂ ਵਿਸ਼ਵਾਸ ਕਰਦੀ ਹਾਂ। ਮੈਨੂੰ ਵਿਸ਼ਵਾਸ ਹੈ ਕਿ ਜੋ ਮੈਂ ਪ੍ਰਾਰਥਨਾ 'ਚ ਮੰਗਿਆ ਮੈਨੂੰ ਮਿਲ ਗਿਆ। ਤੇ ਜੇ ਮੈਂ ਪ੍ਰਾਰਥਨਾ ਮੰਗ ਕੇ ਵਿਸ਼ਵਾਸ ਕਰਨ ਦੀ ਬਜਾਏ ਵਹਿਮ ਕਰਾਂ, ਡੋਟ ਕਰਾਂ, ਸ਼ੱਕ ਕਰਾਂ, ਤੇ ਫਿਰ ਮੇਰਾ ਪ੍ਰਾਰਥਨਾ ਕਰਨ ਦਾ ਕੋਈ ਫਾਇਦਾ ਨਹੀਂ ਹੈਗਾ। ਫਾਇਦਾ ਤਾਂ ਹੀ ਹੈ ਕਿ ਜੇ ਤੁਹਾਨੂੰ ਪ੍ਰਾਰਥਨਾ ਵਿੱਚ ਬਰਕਤ ਮਿਲਦੀ ਹੈ, ਔਰ ਮੈਨੂੰ ਤਾਂ ਬਹੁਤ ਜ਼ਿਆਦਾ ਬਰਕਤ ਮਿਲਦੀ ਹੈ। ਮੇਰੇ ਤੇ ਪਰਮੇਸ਼ਰ ਦਾ, ਯਿਸੂ ਮਸੀਹ ਦਾ ਧੰਨਵਾਦ ਕਰਦੀ ਹਾਂ ਕਿ
ਮੇਰੇ ਮੂੰਹ ਦੇ ਵਿੱਚ ਜਿਹੜੀ ਚੀਜ਼ ਦੀ ਸੋਚ ਹੁੰਦੀ ਉਹ ਮੇਰੇ ਅੱਗੇ ਹੁੰਦੀ ਹੈ। ਔਰ ਮੇਰਾ ਪਰਮੇਸ਼ਰ ਦਾ ਇਹ ਵੀ ਧੰਨਵਾਦ ਕਰਦੀ ਹਾਂ ਕਿ ਜੋ ਵੀ ਮੇਰੇ ਬੱਚੇ ਡਿਸੀਜਨ ਲੈਂਦੇ ਨੇ, ਜੋ ਵੀ ਉਹ ਕੁਝ ਕਰਦੇ ਨੇ, ਮੇਰੇ ਪਰਮੇਸ਼ਰ ਉਹਨਾਂ ਦੀਆਂ ਜ਼ਿੰਦਗੀਆਂ ਦੇ ਵਿੱਚ ਲਾਈਟ ਰਿਲੀਜ਼ ਕਰਦਾ ਹੈ ਔਰ ਉਹਨਾਂ ਦੀਆਂ ਜ਼ਿੰਦਗੀਆਂ ਦੇ ਵਿੱਚ ਬਰਕਤ ਪਾਉਂਦਾ ਹੈ। ਕਿਉਂਕਿ ਮੈਂ ਦਿਨ ਭਰ ਪ੍ਰਾਰਥਨਾ 'ਚ ਲੱਗੀ ਰਹਿੰਦੀ ਹਾਂ, ਮੈਂ ਫਾਸਟਿੰਗ ਔਰ ਪ੍ਰੇ 'ਚ ਬਹੁਤ ਜ਼ਿਆਦਾ ਰਹਿੰਦੀ ਹਾਂ। ਜੇ ਤੁਸੀਂ ਦਾਨੀ ਨਵੀ ਦੀ ਬੁੱਕ ਪੜ੍ਹੀ ਹੋਵੇ, ਜਦੋਂ ਦਾਨੀ ਨਵੀ ਨੂੰ ਮੁਸ਼ਕਲਾਂ ਆਈਆਂ ਸੀ, ਜਦੋਂ ਇੱਕ ਰਾਜਾ ਪੂਰੇ ਵਰਲਡ ਕੌਮ ਦੇ ਵਿਲਜ ਦੇ ਵਿੱਚ ਜਦੋਂ ਕਿ ਉਹ ਜਾਦੂਗਰਾਂ ਨੂੰ, ਪੱਖਬਾਨੀਆਂ ਕਰਨ ਵਾਲਿਆਂ ਨੂੰ ਕਤਲ ਕਰ ਰਿਹਾ ਸੀ, ਤੇ ਉਹਦੇ 'ਚ ਦਾਨੀ ਨਵੀ ਵੀ ਸੀ ਤੇ ਉਹਦੇ ਦੋ ਦੋਸਤ ਵੀ ਸੀ। ਦਾਨੀ ਨਵੀ ਹਮੇਸ਼ਾ ਆਪਣੇ ਪਰਮੇਸ਼ਰ ਅੱਗੇ ਧੰਨਵਾਦ ਕਰਦਾ ਸੀ ਤੇ ਸ਼ੁਕਰਗੁਜ਼ਾਰ ਕਰਦਾ ਸੀ, ਤੇ ਪਰਮੇਸ਼ਰ ਨੇ ਦਾਨੀ ਨਵੀ ਨੂੰ ਗੁੱਜੇ ਭੇਤ ਦਿੱਤੇ ਸੀ। ਜਦੋਂ ਰਾਜੇ ਦੇ ਸੁਪਨੇ ਆਏ ਸੀ ਤੇ ਉਹਨੂੰ ਸੁਪਨਿਆਂ ਦੀ ਕੋਈ ਪੱਖਬਾਣੀ ਨਹੀਂ ਦੱਸ ਰਿਹਾ ਸੀ। ਰਾਜਾ ਚਾਹੁੰਦਾ ਸੀ ਕਿ ਰਾਜੇ ਨੂੰ ਉਹਦੇ ਸੁਪਨਿਆਂ ਪੁੱਛੇ ਤੋਂ ਬਗੈਰ ਕੋਈ ਪੱਖਬਾਣੀ ਕਰੇ, ਤੇ ਦਾਨੀਆਂ ਨੇ ਤੇ ਉਹਦੇ ਜੋ ਦਾਨੀ ਦੇ ਦੋ ਬੈਸਟ ਫਰੈਂਡ ਸੀ, ਉਹਨਾਂ ਨੇ ਜਦੋਂ ਪਰਮੇਸ਼ਰ ਅੱਗੇ ਪ੍ਰਾਰਥਨਾ ਕੀਤੀ ਤੇ ਰਾਤ ਨੂੰ ਪਰਮੇਸ਼ਰ ਨੇ ਦਾਨੀ ਨੂੰ ਗੁੱਜੇ ਭੇਤ ਦੀ ਸਮਝ ਦੇ ਦਿੱਤੀ। ਤੇ ਇਸ ਤਰ੍ਹਾਂ ਹੀ ਅਗਰ ਆਪਾਂ ਪਰਮੇਸ਼ਰ ਕੋਲੋਂ ਗੁੱਜੇ ਭੇਤ ਦੀ ਸਮਝ ਮੰਗਾਂਗੇ, ਕਦੀ ਤਾਂ ਪਰਮੇਸ਼ਰ ਚੁਟਕੀ ਵਿੱਚ ਹੀ ਦੇ ਦਿੰਦੇ ਆ, ਤੇ ਕਦੀ ਕਦੀ ਪਰਮੇਸ਼ਰ ਤੁਹਾਨੂੰ ਅਜ਼ਮਾਉਂਦੇ ਹੈ ਕਿ ਮੇਰਾ ਬੇਟਾ ਜਾਂ ਬੇਟੀ ਜਾਂ ਮੇਰੀ ਬੱਚੇ ਕਿੰਨਾ ਕੁ ਮੇਰੇ ਤੇ ਟਰਸਟ ਕਰਦੇ ਆ, ਕਿੰਨਾ ਕੁ ਵਿਸ਼ਵਾਸ ਕਰਦੇ ਆ, ਜੋ ਮੈਂ ਇਹਨਾਂ ਦੇ ਉੱਤੇ ਆਪਣਾ ਗੁੱਜਾ ਭੇਤ ਜ਼ਾਹਿਰ ਕਰ ਰਿਹਾ, ਇਸ ਕਾਬਲ ਵੀ ਹੈਗੇ ਆ ਜਾਂ ਨਹੀਂ ਹੈਗੇ। ਤੇ ਉਹ ਅਸੀਂ ਪ੍ਰਭੂ ਦੇ ਕਾਬਲ ਆਪਣੇ ਆਪ ਨਹੀਂ ਬਣ ਸਕਦੇ, ਉਹ ਵੀ ਪਰਮੇਸ਼ਰ ਕੋਲੋਂ ਸਾਨੂੰ ਮੰਗਣਾ ਚਾਹੀਦਾ ਕਿ ਪਰਮੇਸ਼ਰ ਅਸੀਂ ਤੈਨੂੰ ਸਰਵ ਕਰਨਾ ਚਾਹੁੰਦੇ ਹਾਂ, ਅਸੀਂ ਤੇਰੀ ਪ੍ਰੈਜ਼ੈਂਟ ਵਿੱਚ ਰਹਿਣਾ ਚਾਹੁੰਦੇ ਹਾਂ। ਅਸੀਂ ਬਹੁਤ ਦੁੱਖ ਤਕਲੀਫਾਂ ਚੋਂ ਬਾਹਰ ਨਿਕਲਿਆ ਕਿਉਂਕਿ ਤੁਸੀਂ ਸਾਨੂੰ ਰੋਸ਼ਨੀ ਦਿਖਾਈ ਹੈ ਔਰ ਸਾਨੂੰ ਸਮਝ ਵੀ ਦਿਓ ਤਾਂ ਕਿ ਅਸੀਂ ਤੁਹਾਡੇ ਵਚਨਾਂ ਨੂੰ ਦੂਸਰਿਆਂ ਦੀ ਜ਼ਿੰਦਗੀ ਦੇ ਵਿੱਚ ਸਰਵ ਕਰ ਸਕੀਏ। ਜੇ ਤੁਸੀਂ ਪਰਮੇਸ਼ਰ ਕੋਲੋਂ ਮੰਗਦੇ ਰਹੋਗੇ ਲਗਾਤਾਰ ਤਾਂ ਤੁਹਾਨੂੰ ਮਿਲ ਜਾਏਗਾ। ਜੇ ਪਰਮੇਸ਼ਰ ਦਾ ਦਰਵਾਜ਼ਾ ਖੜਕਾਉਂਦੇ ਰਹੋਗੇ, ਮੱਤੀ ਦੀ ਅੰਜੀਲ 6 ਚੈਪਟਰ 'ਚ ਲਿਖਿਆ ਹੈ, ਜੇ ਤੁਸੀਂ ਪਰਮੇਸ਼ਰ ਦਾ ਦਰਵਾਜ਼ਾ ਖੜਕਾਉਂਦੇ ਰਹੋਗੇ ਤੁਹਾਡੇ ਲਈ ਦਰਵਾਜ਼ਾ ਖੋਲ੍ਹਿਆ ਜਾਏਗਾ। ਢੂੰਡੋਗੇ ਪਾਓਗੇ, ਖਟਖਟਾਓਗੇ ਖੋਲ੍ਹਿਆ ਰਹੇਗਾ। ਅਗਰ ਤੁਹਾਡੇ ਕੋਲ ਅਕਲ ਬੁੱਧੀ ਦੀ ਕਮੀ ਹੈ, ਪਰਮੇਸ਼ਰ ਕਹਿੰਦਾ ਹੈ ਮੇਰੇ ਕੋਲੋਂ ਡਰੋ, ਇਹੀ ਤੁਹਾਡੀ ਸਿਆਣਪ ਹੈ। ਪਰਮੇਸ਼ਰ ਕਹਿੰਦਾ ਹੈ ਮੇਰੇ ਹੁਕਮ ਦੀ ਪਾਲਣਾ ਕਰੋ, ਇਹੀ ਸਭ ਤੋਂ ਵੱਡੀ ਤੁਹਾਡੇ ਕੋਲ ਸਿਆਣਪ ਹੈ। ਅਗਰ ਤੁਹਾਡੇ ਕੋਲ ਅਕਲ ਬੁੱਧੀ ਦੀ ਕਮੀ ਹੈ ਤੇ ਪਰਮੇਸ਼ਰ ਕੋਲ ਮੰਗੋ। ਅਗਰ ਤੁਹਾਡੇ ਬੱਚੇ ਜਿੱਦੀ ਹੈ ਜਾਂ ਤੁਹਾਡੇ ਪਰਿਵਾਰ ਜਿੱਦੀ ਹੈ ਜਾਂ ਤੁਹਾਡੇ ਫੈਮਿਲੀ ਜਿੱਦੀ ਹੈ ਜਾਂ ਤੁਹਾਡੇ ਭੈਣਾਂ ਭਰਾ ਜਿੱਦੀ ਹੈ ਜਾਂ ਤੁਹਾਡੇ ਦੁਸ਼ਮਣ ਤੁਹਾਡੇ ਤੋਂ ਅਟੈਕ ਕਰਨ ਲਈ ਜਿੱਦ ਦੇ ਉੱਤੇ ਟਲੇ ਹੋਏ ਕਿ ਅਸੀਂ ਹੁਣ ਇਹਨੂੰ ਤਬਾਹ ਕਰਨਾ ਹੈ, ਤਾਂ ਪ੍ਰਾਰਥਨਾ ਕਰੋ। ਤੇ ਜੇ ਤੁਸੀਂ ਹੀਨ ਹੋ ਕੇ ਪ੍ਰਾਰਥਨਾ ਕਰੋਗੇ ਤੇ ਪਰਮੇਸ਼ਰ ਆਪਣੇ ਬੇਟੇ ਔਰ ਬੇਟੀਆਂ ਲਈ ਬਾਜੂ ਖਿਲਾਰ ਕੇ ਖਲੋਤੇ ਹੋਏ ਹੈ। ਮੇਰਾ ਬੇਟੀ ਜਾਂ ਬੇਟਾ ਕਦੋਂ ਮੈਨੂੰ ਪੁਕਾਰਨ, ਉਹ ਤੁਹਾਨੂੰ ਖੁੱਲੇ ਦਿਲ ਦੇ ਨਾਲ ਦਿੰਦੇ ਹੈ। ਇਸ ਤਰ੍ਹਾਂ ਬਹੁਤ ਸਾਰੀਆਂ ਛੋਟੀਆਂ ਛੋਟੀਆਂ ਚੀਜ਼ਾਂ ਨੇ ਜਿਹੜੀਆਂ ਮੇਰੇ ਬੱਚਿਆਂ ਦੀਆਂ ਜਾਂ ਮੇਰੇ ਬੱਚਿਆਂ ਦੇ ਬੱਚਿਆਂ ਦੀਆਂ ਜਾਂ ਮੇਰੇ ਪਰਿਵਾਰ ਦੀਆਂ ਜ਼ਰੂਰਤਾਂ ਹੁੰਦੀਆਂ ਨੇ। ਪਹਿਲੇ ਤਾਂ ਮੇਰੇ ਲਈ ਬੜਾ ਆਸਾਨ ਹੁੰਦਾ ਸੀ ਕਿ ਕਿਸੇ ਕੋਲ ਉਧਾਰ ਮੰਗ ਲਓ ਜਾਂ ਤਾਂ ਕਿਸੇ ਨੂੰ ਦੇ ਦਿਓ ਨਾ। ਹੁਣ ਮੈਨੂੰ ਉਧਾਰ ਮੰਗਣ ਦੀ ਜਾਂ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਪੈਂਦੀ। ਹੁਣ ਮੇਰੇ ਪਰਮੇਸ਼ਰ, ਜਿੰਦਾ ਪਰਮੇਸ਼ਰ ਮੇਰਾ ਆਪੇ ਪ੍ਰਬੰਧ ਕਰ ਦਿੰਦੇ ਆ। ਅਗਰ ਕਿਸੇ ਨੂੰ ਜ਼ਰੂਰਤ ਪੈਂਦੀ ਤੇ ਪਰਮੇਸ਼ਰ ਆਪੇ ਆਪਣੀ ਸ਼ਾਹੀ ਖਜ਼ਾਨੇ 'ਚ ਮੈਨੂੰ ਪ੍ਰੋਵਾਈਡ ਕਰਦੇ ਆ ਉਹਨਾਂ ਨੂੰ ਦੇਣ ਦੇ ਲਈ। ਇਸ ਲਈ ਸਾਨੂੰ ਵਿਸ਼ਵਾਸ 'ਚ ਦੜਾ ਰਹਿਣਾ ਹੈ, ਪਰਮੇਸ਼ਰ ਦੇ ਵਚਨ ਪੜ੍ਹਦੇ ਰਹਿਣਾ ਹੈ, ਬਾਈਬਲ ਪੜ੍ਹਦੇ ਰਹਿਣਾ ਹੈ ਔਰ ਪ੍ਰਾਰਥਨਾ 'ਚ ਹਮੇਸ਼ਾ ਰਹਿਣਾ ਹੈ। ਅਗਰ ਤੁਸੀਂ ਫਾਸਟਿੰਗ ਕਰ ਸਕਦੇ ਤੇ ਫਾਸਟਿੰਗ ਵੀ ਕਰੋ। ਅਗਰ ਤੁਸੀਂ ਕਿਸੇ ਵਜ੍ਹਾ ਸੇ ਫਾਸਟਿੰਗ ਨਹੀਂ ਕਰ ਸਕਦੇ, ਮੈਡੀਸਨ 'ਤੇ ਹੋ, ਤਾਂ ਕੁਛ ਕਪੜਾ ਸਾਵਰ ਲਈ ਵੀ ਫਾਸਟਿੰਗ ਕਰ ਸਕਦੇ ਹੋ। ਜਿੱਦਾਂ ਬਹੁਤ ਸਾਰੇ ਭੈਣ ਭਰਾ ਹੈ, ਕੋਈ ਡਾਇਬੀਟਿਕ ਹੈ, ਕੋਈ ਕਿਸ ਚੀਜ਼ ਵਿੱਚ ਵੀ ਪ੍ਰੋਬਲਮ ਸੇ, ਤੇ ਪਰਮੇਸ਼ਰ ਦੇ ਕੋਲੋਂ ਪਹਿਲੇ ਹੀ ਮੰਗ ਲੈਂਦੇ ਕਿ ਪਰਮੇਸ਼ਰ ਅਸੀਂ ਮੈਡੀਸਨ ਲੈਣਾ ਜਾਂ ਚਾਹ ਪੀਣੀ ਹੈ ਜਾਂ ਇੰਨੇ ਘੰਟੇ ਫਾਸਟਿੰਗ ਕਰਨੀ ਹੈ। ਪਰ ਮਸ ਵੀ ਤੁਸੀਂ ਕਰੋ। ਕੀ ਹੋਇਆ? ਮੈਂ ਕਿੱਦਾਂ ਬੋਲੀ ਜਾਵਾਂ? ਕਰੀ ਜਾਓ। ਅੱਛਾ, ਮੈਂ ਸੋਚਿਆ ਮੇਰੀ ਫਿਲਮ ਸਟਾਪ ਹੋ ਗਈ ਹੈ। ਜੇ ਤੁਸੀਂ ਸੌਰੀ, ਮੈਂ ਸੋਚਿਆ ਮੇਰੀ ਫਿਲਮ ਸਟਾਪ ਹੋ ਗਈ ਹੈ ਕਿਉਂਕਿ ਮੈਂ ਜਿਹੜੇ ਵਚਨਾਂ ਨੂੰ ਰਿਲੀਜ਼ ਕਰਦੀ ਹਾਂ ਔਰ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਕਿ ਮੇਰੇ ਜਿੰਦਾ ਪਰਮੇਸ਼ਰ ਨੇ ਜਿੰਨੀ ਖੁਸ਼ੀ, ਜਿੰਨੀ ਬਰਕਤ, ਜਿੰਨੀ ਜੋਏ ਔਰ ਪੀਸ ਮੈਨੂੰ ਦਿੱਤੀ ਹੈ। ਔਰ ਮੈਂ ਪ੍ਰਾਰਥਨਾ ਕਰਦੀ ਹਾਂ ਮੇਰੇ ਪਿਆਰੇ ਪਿਤਾ, ਮੇਰੇ ਪਰਮੇਸ਼ਰ, ਮੇਰੇ ਸਿਰਜਣਹਾਰ, ਮੇਰੇ ਪਤੀ, ਮੇਰੇ ਕਰਤਾਰ,
ਜਿੱਥੇ ਜਿੱਥੇ ਵੀ ਜਿੰਦਾ ਪਰਮੇਸ਼ਰ ਦੀ ਟੈਸਟਮਨੀ ਭੈਣਾਂ ਭਰਾ ਹੈ ਪੰਜਾਬੀ ਪ੍ਰੋਗਰਾਮ ਦੇਖਣ, ਪਿਆਰੇ ਪਿਤਾ ਪਰਮੇਸ਼ਰ ਮੈਂ ਤੇਰਾ ਧੰਨਵਾਦ ਕਰਦੀ ਹਾਂ। ਤੇਰੀ ਅਥਾਰਟੀ ਆਪਣੇ ਚੁੱਕ ਕੇ ਉੱਪਰ ਚੁੱਕ ਕੇ ਪ੍ਰਾਰਥਨਾ ਕਰਦੀ ਹਾਂ ਪਿਤਾ ਜੀ, ਉਹਨਾਂ ਨੂੰ ਸ਼ਾਂਤੀ ਔਰ ਪੀਸ ਦੇਣਾ ਪਿਤਾ ਜੀ। ਜਦੋਂ ਉਹ ਸ਼ਾਂਤੀ ਔਰ ਪੀਸ ਵਿੱਚ ਹੋਣਗੇ ਤੇ ਪਿਤਾ ਜੀ ਉਹ ਹਰ ਮੁਸੀਬਤਾਂ ਦਾ ਸਾਹਮਣਾ ਕਰ ਸਕਣਗੇ। ਅਗਰ ਪਿਤਾ ਜੀ ਉਹਨਾਂ ਕੋਲ ਸ਼ਾਂਤੀ ਔਰ ਪੀਸ ਔਰ ਜੋਏ ਨਹੀਂ ਹੋਏਗੀ ਤੇ ਪਿਤਾ ਜੀ ਉਹ ਘਬਰਾ ਜਾਣਗੇ। ਪਿਤਾ ਜੀ ਉਹਨਾਂ ਨੂੰ ਜਿੰਦਾ ਪਰਮੇਸ਼ਰ ਯਿਸੂ ਮਸੀਹ ਦੇ ਨਾਂ 'ਚ ਪਵਿੱਤਰ ਆਤਮਾ ਹੋਲੀ ਸਪਿਰਿਟ ਨਾਲ ਬਪਤਿਸਮਾ ਦਿਓ ਇਨ ਜੀਸਸ ਨੇਮ ਆਮੀਨ। ਹੁਣ ਮੈਂ ਤੁਹਾਡੀ ਜ਼ਿੰਦਗੀ 'ਚ ਸੈਕੰਡ ਕਰੰਥੀਅਨ ਦੇ ਵਚਨਾਂ ਨੂੰ ਰਿਲੀਜ਼ ਕਰਦੀ ਹਾਂ ਜੋ ਪਰਮੇਸ਼ਰ ਨੇ ਅੱਜ ਮੈਨੂੰ ਦਿੱਤੇ ਸੀ ਜੀਸਸ ਨੇਮ ਆਮੀਨ। ਸੌਰੀ, ਮੈਂ ਸੋਚਿਆ ਮੇਰੀ ਵੀਡੀਓ ਰੁਕ ਗਈ ਤਾਂ ਮੈਂ ਆਪਣੀ ਬੁੱਕ ਨੂੰ ਕਹਿ ਰਹੀ ਸੀ ਕੀ ਗੱਲ, ਫਿਰ ਵੀਡੀਓ ਸਟਾਪ ਹੋ ਗਈ ਹੈ। ਹਾਂਜੀ, ਸੈਕੰਡ ਕਰੰਥੀਅਨ ਚੈਪਟਰ 2 ਵਰਸ 1 ਤੋਂ ਲੈ ਕੇ 17 ਤੱਕ। ਆਮੇਨ। ਇਸ ਲਈ ਮੈਂ ਫੈਸਲਾ ਕੀਤਾ ਕਿ ਤੁਹਾਡੇ ਵੱਲੋਂ ਮੇਰੀ ਅਗਲੀ ਯਾਤਰਾ ਤੁਹਾਨੂੰ ਉਦਾਸ ਕਰਨ ਵਾਲੀ ਲਈ ਨਹੀਂ ਹੋਵੇ। ਇੱਕ ਹੋਰ ਯਾਤਰਾ ਨਹੀਂ ਹੋਵੇ, ਇੱਕ ਉਦਾਸ ਕਰਨ ਵਾਲੀ ਇੱਕ ਹੋਰ ਯਾਤਰਾ ਨਾ ਹੋਵੇ। ਆਮੇਨ। ਜੇ ਮੈਂ ਤੁਹਾਨੂੰ ਉਦਾਸ ਕਰਦਾ ਹਾਂ ਤਾਂ ਮੈਨੂੰ ਖੁਸ਼ੀ ਕੌਣ ਦੇ? ਸਿਰਫ ਤੁਸੀਂ ਹੀ ਹੋ ਜਿਹਨੂੰ ਮੈਂ ਉਦਾਸ ਕੀਤਾ ਹੈ। ਆਮੇਨ। ਮੈਂ ਕਿਸੇ ਕਾਰਨ ਹੀ ਤੁਹਾਨੂੰ ਖਤ ਲਿਖ ਰਿਹਾ ਹਾਂ ਤਾਂ ਜੋ ਜਦ ਮੈਂ ਤੁਹਾਡੇ ਕੋਲ ਆਵਾਂ ਤਾਂ ਮੈਨੂੰ ਉਹਨਾਂ ਲੋਕਾਂ ਵੱਲੋਂ ਉਦਾਸੀ ਨਾ ਮਿਲੇ ਜਿਨ੍ਹਾਂ ਤੋਂ ਮੈਂ ਖੁਸ਼ੀ ਮਿਲਣੀ ਚਾਹੀਦੀ ਹੈ। ਮੈਨੂੰ ਤੁਹਾਡੇ ਵਿੱਚ ਪੂਰਾ ਯਕੀਨ ਹੈ ਕਿ ਤੁਸੀਂ ਸਾਰੇ ਹੀ ਖੁਸ਼ੀਆਂ ਸਾਂਝ ਕਰਦੇ ਹੋ। ਆਮੇਨ। ਜਦ ਤੋਂ ਮੈਂ ਪਹਿਲੇ ਤੁਹਾਡੇ ਲਈ ਇੱਕ ਪੱਤਰ ਲਿਖਿਆ ਸੀ ਤਾਂ ਮੈਂ ਬਹੁਤ ਪਰੇਸ਼ਾਨ, ਦਿਲ ਵਿੱਚ ਬਹੁਤ ਉਦਾਸ ਸੀ। ਮੈਂ ਤੁਹਾਡੇ ਵੱਲੋਂ ਹੰਝੂਆਂ ਨਾਲ ਮੈਂ ਤੁਹਾਨੂੰ ਆਪਣੇ ਹੰਝੂਆਂ ਨਾਲ ਲਿਖਿਆ ਸੀ। ਮੈਂ ਆਪਣੀ ਲਿਖਤ ਰਾਹ ਤੁਹਾਨੂੰ ਉਦਾਸ ਨਹੀਂ ਕਰਨਾ ਚਾਹੁੰਦਾ ਸੀ। ਥੈਂਕ ਯੂ ਜੀਸਸ। ਮੈਂ ਤੁਹਾਨੂੰ ਇਸ ਲਈ ਖਤ ਲਿਖਿਆ ਤਾਂ ਜੋ ਤੁਸੀਂ ਇਹ ਜਾਣ ਸਕੋ ਕਿ ਮੈਂ ਤੁਹਾਨੂੰ ਕਿੰਨਾ ਪਿਆਰ ਕਰਦਾ ਹਾਂ। ਆਮੇਨ। ਪ੍ਰੇਜ਼ ਲੋਰਡ। ਤੁਹਾਡੇ ਟੋਲਿਆਂ ਵਿੱਚ ਕਿਸੇ ਇੱਕ ਵਿਅਕਤੀ ਨੇ ਮੈਨੂੰ ਉਦਾਸ ਕੀਤਾ ਹੈ। ਉਸਨੇ ਮੈਨੂੰ ਹੀ ਨਹੀਂ ਉਦਾਸ ਕੀਤਾ ਪਰ ਤੁਹਾਨੂੰ ਸਾਰਿਆਂ ਨੂੰ ਕੀਤਾ ਹੈ, ਜੋ ਆਖਦਾ ਕਿ ਇੱਕ ਢੰਗ ਨਾਲ ਉਹ ਤੁਹਾਡੀ ਸਾਰਿਆਂ ਲਈ ਉਦਾਸੀ ਲਿਆਇਆ। ਪਰ ਇਹ ਇਸ ਲਈ ਹੀ ਆਖਦਾ ਕਿਉਂਕਿ ਮੈਂ ਉਸ ਉੱਤੇ ਬਹੁਤ ਜ਼ਿਆਦਾ ਕਠੋਰ ਨਹੀਂ ਹੋਣਾ ਚਾਹੁੰਦਾ। ਜਿਹੜਾ ਤੁਹਾਨੂੰ ਕਲੀਸਿਆ ਵਿੱਚ ਬਹੁਤ ਸਾਰੇ ਲੋਕਾਂ ਨੇ ਉਸ ਨੂੰ ਦਿੱਤੇ ਹਨ ਉਹ ਇਸ ਲਈ ਕਾਫੀ ਹੈ। ਪਰ ਹੁਣ ਤੁਹਾਨੂੰ ਉਸ ਨੂੰ ਬਖਸ਼ ਦੇਣਾ ਚਾਹੀਦਾ ਹੈ ਅਤੇ ਉਸ ਨੂੰ ਤਸੱਲੀ ਦੇਣੀ ਚਾਹੀਦੀ ਹੈ। ਇਸ ਗੱਲ ਦੀ ਉਹਦਾ ਹੱਦ ਤੋਂ ਵੱਧ ਉਦਾਸੀ ਹੋਈ ਪਰ ਪੂਰੀ ਤਰ੍ਹਾਂ ਦੁਖੀ ਹੋਣ ਤੋਂ ਰੁਕ ਜਾਓ। ਇਸ ਲਈ ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਕਿ ਤੁਸੀਂ ਇਹ ਦਰਸਾਉਂਦੇ ਹੋ ਕਿ ਤੁਸੀਂ ਮੈਨੂੰ ਪਿਆਰ ਕਰਦੇ ਹੋ। ਇਹ ਕਾਰਨ ਹੈ ਕਿ ਮੈਂ ਤੁਹਾਨੂੰ ਖਤ ਲਿਖਿਆ। ਮੈਂ ਜਾਣਦਾ ਤੁਹਾਡੀ ਪਰਖ ਲੈ ਲਿੱਤੀ ਗਈ ਹੈ ਕਿ ਤੁਸੀਂ ਕਿਸ ਬਾਰੇ ਜੋ ਮੈਂ ਆਖ ਰਿਹਾ ਆਗਿਆਕਾਰੀ ਹੋ ਜਾਂ ਨਹੀਂ। ਜੇ ਤੁਸੀਂ ਕਿਸੇ ਇੱਕ ਗੱਲ ਲਈ ਬਖਸ਼ਦੇ ਹੋ ਤਾਂ ਮੈਂ ਵੀ ਉਹ ਵਿਅਕਤੀ ਨੂੰ ਬਖਸ਼ ਦਿਆਂ ਜਿਸ ਨੂੰ ਮੈਂ ਮਾਫੀ ਕੀਤਾ ਹੈ। ਜੇ ਉੱਥੇ ਕੁਝ ਵੀ ਮਾਫ ਕਰਨ ਦੇ ਕਾਬਲ ਤਾਂ ਉਹ ਮੈਂ ਮਸੀਹ ਦੀ ਹਜ਼ੂਰੀ ਵਿੱਚ ਤੁਹਾਡੀ ਖਾਤਰ ਮਾਫ ਕਰ ਦਿਆਂ। ਜੇ ਮੈਂ ਇਸ ਲਈ ਕਰਾਂ ਤਾਂ ਜੋ ਸ਼ੈਤਾਨ ਤੁਹਾਡੇ ਫਿਰ ਦੇਖ ਲਓ, ਜਿਹੜਾ ਮੈਂ ਹੁਣੇ ਸ਼ੈਤਾਨ ਦੇ ਬਾਰੇ 'ਚ ਤੁਹਾਨੂੰ ਕਹਿ ਰਹੀ ਸੀ। ਜੇ ਮੈਂ ਇਸ ਲਈ ਲਿਖਿਆ ਹੈ ਤਾਂ ਜੋ ਸ਼ੈਤਾਨ ਤੁਹਾਡਾ ਫਾਇਦਾ ਨਾ ਉਠਾ ਸਕੇ। ਕਿਸੇ ਚੰਗੀ ਤਰ੍ਹਾਂ ਉਸ ਦੀ ਯੋਜਨਾ ਨੂੰ ਜਾਣੋ। ਮੈਨੂੰ ਆਸ ਸੀ ਮਸੀਹ ਦੀ ਖੁਸ਼ਖਬਰੀ ਦਾ ਪ੍ਰਚਾਰ ਕਰਨ ਲਈ ਆਗਿਆ
ਗਿਆਨ ਸੀ। ਪਰ ਪ੍ਰਭੂ ਨੇ ਇੱਥੇ ਇੱਕ ਚੰਗਾ ਮੌਕਾ ਪ੍ਰਦਾਨ ਕੀਤਾ ਹੈ। ਮੈਂ ਤੁਹਾਨੂੰ ਸ਼ਾਂਤੀ ਲਈ ਨਹੀਂ ਲਿਖ ਰਿਹਾ, ਜੋ ਮੈਨੂੰ ਆਪਣੀ ਤਸੱਲੀ ਨਹੀਂ ਮਿਲੀ ਸਕੀ। ਮੈਂ ਤੁਹਾਨੂੰ ਆਪਣੇ ਭਰਾ ਭਾਰ ਦੀ ਤਸੱਲੀ ਨਹੀਂ ਦੇ ਸਕਦਾ, ਇਸ ਲਈ ਮੈਂ ਉਹਨਾਂ ਨੂੰ ਅਲਵਿਦਾ ਕਹਿ ਕੇ ਮਗਦੂਲੀਆਂ ਨੂੰ ਚਲਾ ਗਿਆ। ਪਰ ਪਰਮੇਸ਼ਰ ਦਾ ਧੰਨਵਾਦ ਹੈ, ਪਰਮੇਸ਼ਰ ਸਦਾ ਹੀ ਸਾਡੀ ਮਸੀਹ ਰਾਹ ਮਹਾਨ ਜਿੱਤ ਵੱਲ ਅਗਵਾਈ ਕਰਦਾ ਹੈ। ਪਰਮੇਸ਼ਰ ਸਾਡੇ ਸਾਰਿਆਂ ਪਾਸਿਓਂ ਇੱਕ ਚੰਗਾ ਸੁਗੰਧੀ ਦੀ ਤਰ੍ਹਾਂ ਹੈ, ਆਪਣੇ ਗਿਆਨ ਫੈਲਾਉਣ ਵਿੱਚ ਇਸਤੇਮਾਲ ਕਰਦਾ ਹੈ। ਸਾਡੇ ਪਰਮੇਸ਼ਰ ਨੂੰ ਭੇਟ ਕੀਤੀ ਹੈ। ਅਸੀਂ ਲੋਕਾਂ ਵਿੱਚ ਮਸੀਹ ਦੇ ਮਿੱਠੇ ਸੁਗੰਧੀਆਂ ਹਾਂ, ਜਿਹੜੀਆਂ ਬਚਾਈਆਂ ਜਾ ਰਹੀਆਂ ਹਨ, ਅਤੇ ਉਹਨਾਂ ਲੋਕਾਂ ਵਿੱਚ ਵੀ ਜਿਹੜੇ ਗੁਆਚੇ ਹੋਏ ਹਨ। ਗੁਆਚੇ ਹੋਏ ਲੋਕਾਂ ਲਈ ਅਸੀਂ ਮੌਤ ਦੀ ਗਥਮ, ਜਿਹੜੀ ਮੌਤ ਦਿੰਦੀ ਹੈ, ਪਰ ਬਚਾਏ ਜਾਣ ਵਾਲਿਆਂ ਲੋਕਾਂ ਲਈ ਅਸੀਂ ਜੀਵਨ ਦੇ ਸੁਗੰਧੀ ਹਾਂ, ਜਿਹੜੇ ਜੀਵਨ ਲਿਆਂਦੀਆਂ ਹਨ। ਅਤੇ ਇਹ ਕੰਮ ਕਰਨ ਦੇ ਕੌਣ ਯੋਗ ਹੈ? ਬਹੁਤ ਸਾਰੇ ਲੋਕੀ ਮੁਹੱਈਏ ਲਈ ਅਸੀਂ ਪਰਮੇਸ਼ਰ ਦਾ ਸ਼ਬਦ ਨਹੀਂ ਵਰਤ ਰਹੇ, ਪਰ ਅਸੀਂ ਮਸੀਹ ਵਿੱਚ ਪਰਮੇਸ਼ਰ ਅੱਗੇ ਸੱਚਾਈ ਨਾਲ ਬੋਲਦੇ ਹਾਂ। ਅਸੀਂ ਪਰਮੇਸ਼ਰ ਵੱਲ ਭੇਜੇ ਹੋਏ ਬੰਦਿਆਂ ਵਾਂਗ ਬੋਲਦੇ ਹਾਂ। ਆਮੀਨ। ਹੁਣ ਮੈਂ ਇਹੀ, ਜਦੋਂ ਕਿ ਮੈਂ ਪਹਿਲੇ ਵੀ ਦੱਸਿਆ ਕਿ ਅਸੀਂ ਇੱਕ ਗੇਂਦ ਦੀ ਤਰ੍ਹਾਂ ਹੈਗੇ ਆ, ਚਾਹੇ ਛੋਟਾ ਬੋਲ ਲਗਾਓ, ਚਾਹੇ ਵੱਡਾ ਬੋਲ ਲਗਾ ਲਓ, ਚਾਹੇ ਜਿੱਦਾਂ ਦਾ ਵੀ ਲਗਾ ਲਓ, ਤੇ ਉਹ ਸ਼ੈਤਾਨ ਜਿੱਧਰ ਆਉਂਦਾ ਸਾਨੂੰ ਕਿੱਕ ਮਾਰ ਕੇ ਚਲਾ ਜਾਂਦਾ ਹੈ। ਪਰ ਜਦੋਂ ਸਾਡੇ ਕੋਲ ਸਿਆਣਪ ਜਾਂ ਅਕਲ ਬੁੱਧੀ ਦੀ ਕਮੀ ਜਾਂ ਘਬਰਾਹਟ ਆ ਗਈ, ਜਾਂ ਅੱਗੇ ਜਿੱਦਾਂ ਕਿ ਮੇਰੇ ਘਰ 'ਚ ਮੈਨੂੰ ਐਂਗਰੀ ਹੁੰਦੀ ਸੀ, ਅਤੇ ਮੈਂ ਜਿੱਦ ਦੇ ਨਾਲ ਕਾਫੀ ਸਾਰੇ ਕਲੇਸ਼ ਕਰ ਦਿੰਦੀ ਸੀ। ਅਤੇ ਜਦੋਂ ਦਾ ਮੈਨੂੰ ਪਤਾ ਚੱਲਿਆ ਕਿ ਸ਼ੈਤਾਨ ਦੇ ਵਿਰੁੱਧ ਕਰਨਾ, ਐਂਗਰ ਨੂੰ ਘਰ 'ਚ ਰਿਲੀਜ਼ ਨਹੀਂ ਕਰਨਾ। ਅਗਰ ਤੁਹਾਡੇ ਬੱਚੇ ਤੁਹਾਡੀ ਗੱਲ ਨਹੀਂ ਸੁਣਦੇ, ਜਾਂ ਤੁਹਾਡੇ ਬੱਚੇ ਕਿਸ ਰਸਤੇ 'ਤੇ ਜਾ ਰਹੇ ਹੈ, ਤੁਸੀਂ ਬਸ ਕੁਛ ਨਾ ਕਹੋ, ਕੁਆਇਟਲੀ ਆਪਣਾ ਕਮਰਾ ਬੰਦ ਕਰੋ, ਪ੍ਰਭੂ ਦੇ ਅੱਗੇ ਨੀਂਦ ਹੋ ਜਾਓ, ਗੋਡਿਆਂ ਨਾਲ ਪ੍ਰੇ ਕਰੋ, ਔਰ ਪਰਮੇਸ਼ਰ 100% ਜਵਾਬ ਦਿੰਦਾ ਹੈ। ਔਰ ਪਰਮੇਸ਼ਰ ਜੋ ਤੁਸੀਂ ਨਹੀਂ ਕਰ ਸਕਦੇ, ਜੋ ਤੁਹਾਡੀ ਫੈਮਿਲੀ ਪੇਰੈਂਟਸ ਨਹੀਂ ਕਰ ਸਕਦੇ, ਭੈਣ ਭਰਾ ਨਹੀਂ ਕਰ ਸਕਦੇ, ਉਹ ਜਿੰਦਾ ਪਰਮੇਸ਼ਰ ਕਰ ਸਕਦਾ ਹੈ। ਉਹਨਾਂ ਦੀਆਂ ਜ਼ਿੰਦਗੀਆਂ ਦੇ ਵਿੱਚ ਪਰਮੇਸ਼ਰ ਆਪਣੀ ਲਾਈਟ ਵਰਤਦਾ ਹੈ, ਔਰ ਪਰਮੇਸ਼ਰ ਪਵਿੱਤਰ ਆਤਮਾ ਦਿੰਦਾ ਉਹਨਾਂ ਦੀਆਂ ਜ਼ਿੰਦਗੀਆਂ 'ਚ ਕੰਮ ਕਰਨ ਦੇ ਲਈ, ਤਾਂ ਕਿ ਉਹ ਜੋ ਬੇਟਾ ਬੇਟੀ ਗਲਤ ਰਸਤੇ 'ਚ ਚੱਲ ਪਏ ਹੈ, ਅਤੇ ਪਰਮੇਸ਼ਰ ਉਹਨਾਂ ਦੇ ਲਈ ਆਪਣਾ ਦੂਤ ਭੇਜਦਾ ਹੈ, ਤਾਂ ਕਿ ਉਹਨਾਂ ਦੀ ਜ਼ਿੰਦਗੀਆਂ ਤਬਾਹ ਨਾ ਹੋ ਜਾਣ। ਇਸ ਲਈ ਅਗਰ ਤੁਸੀਂ ਮਸੀਹ ਨਹੀਂ ਹੋ, ਤਾਂ ਮਸੀਹ ਦਾ ਟੇਸਟ ਦੇਖੋ, ਪਰਮੇਸ਼ਰ ਵਿੱਚ ਆਪਣੇ ਆਪ ਨੂੰ ਅਰਪਣ ਕਰੋ ਪਰਮੇਸ਼ਰ ਨੂੰ ਮਿੱਠੀ ਸੁਗੰਧੀ ਦੀ ਤਰ੍ਹਾਂ, ਔਰ ਤੁਹਾਨੂੰ ਫਲ ਲੱਗੇ। ਜੇ ਤੁਹਾਨੂੰ ਫਲ ਨਹੀਂ ਲੱਗੇਗਾ ਤਾਂ ਸ਼ੈਤਾਨ ਤੁਹਾਨੂੰ, ਤੁਹਾਡੀ ਫੈਮਿਲੀ ਨੂੰ, ਤੁਹਾਡੇ ਘਰ ਨੂੰ ਡਿਸਟਰੋਏ ਕਰ ਦੇਗਾ। ਅਗਰ ਤੁਹਾਡੇ ਘਰ ਵਿੱਚ ਤੁਸੀਂ ਕੋਈ ਬਲੀਵਰ ਇੱਕ ਜਾਣਾ ਵੀ ਹੈਗਾ, ਸਾਰੇ ਪਰਿਵਾਰ ਦੇ ਲਈ ਪ੍ਰਾਰਥਨਾ ਕਰੋ। ਇਹਦੇ 'ਚ ਹੀ ਤੁਹਾਨੂੰ ਆਨੰਦਗੀ ਮਿਲੇਗੀ, ਇਹਦੇ 'ਚ ਹੀ ਤੁਹਾਨੂੰ ਪ੍ਰਭੂ ਯਿਸੂ ਦੀ ਮਿਹਰਬਾਨੀ ਦਾ ਪਿਆਰ ਅਤੇ ਮੁਹੱਬਤ ਮਿਲੇਗੀ, ਅਤੇ ਇਹਦੇ 'ਚ ਹੀ ਤੁਸੀਂ ਪ੍ਰਭੂ ਦੀ ਫਾਊਂਡੇਸ਼ਨ ਦੇ ਵਿੱਚ ਛਪਾਈ ਜਾਓਗੇ। ਜੇ ਤੁਸੀਂ ਪਰਮੇਸ਼ਰ ਕੋਲ ਪਨਾਹ ਲਈ ਆਓਗੇ, ਉਹ ਤੁਹਾਨੂੰ ਕਦੇ ਵੀ ਸ਼ਰਮਿੰਦਾ ਔਰ ਲੱਜਾਵਾਨ ਨਹੀਂ ਹੋਣ ਦੇਗਾ, ਤੁਹਾਡੇ ਪਰਿਵਾਰ 'ਚ, ਤੁਹਾਡੇ ਬੱਚਿਆਂ 'ਚ। ਹੁਣ ਮੈਂ ਇੱਥੇ ਖਤਮ ਕਰਦੀ ਹਾਂ ਵੀਡੀਓ ਨੂੰ, ਔਰ ਮੈਂ ਪਰਮੇਸ਼ਰ ਦੀ ਛੋਟੀ ਜਿਹੀ ਪ੍ਰਾਰਥਨਾ ਕਰਦੀ ਹਾਂ, ਔਰ ਪ੍ਰਭੂ ਦਾ ਧੰਨਵਾਦ ਕਰਦੀ ਹਾਂ। ਪਿਆਰੇ ਪਿਤਾ ਪਰਮੇਸ਼ਰ, ਤੇਰਾ ਧੰਨਵਾਦ ਹੋ, ਤੇਰਾ ਸ਼ੁਕਰ ਹੋ। ਪਿਆਰੇ ਪਿਤਾ, ਪੂਰੇ ਕੌਮ ਦੇ ਪ੍ਰਾਈਮ ਮਿਨਿਸਟਰ ਨੂੰ, ਗੌਰਮੈਂਟ ਨੂੰ, ਮੀਡੀਆ ਨੂੰ, ਕਾਨੂੰਨ ਨੂੰ, ਇਹ ਨੈਬਰਾਂ ਨੂੰ, ਪੂਰੀ ਕੌਮ ਦੀ ਹਰ ਜਾਤੀ ਨੂੰ, ਹਰ ਜ਼ਬਾਨ ਨੂੰ, ਜੋ ਘਰਾਂ 'ਚ ਬਿਮਾਰ ਹੈ ਜਾਂ ਹੌਸਪੀਟਲਾਂ 'ਚ ਬਿਮਾਰ, ਜਿੱਥੇ ਵੀ ਕਿਤੇ ਹੈ, ਇੱਕ ਇੱਕ ਦੇ ਦਿਲ ਦਿਮਾਗ ਨੂੰ, ਇੱਕ ਇੱਕ ਦੀ ਸੋਚ ਨੂੰ, ਇੱਕ ਇੱਕ ਦੀ ਬੋਡੀ ਦੇ ਅੰਗ ਨੂੰ ਜੀਵਤ ਪਰਮੇਸ਼ਰ ਤੁਸੀਂ ਆਪਣੇ ਰੂਪ ਔਰ ਸਰੂਪ 'ਤੇ ਬਣਾਇਆ, ਔਰ ਜਿੰਦਾ ਪਰਮੇਸ਼ਰ ਮੈਂ ਉਹਨਾਂ ਦੇ ਜਿਸਮ ਦੇ ਇੱਕ ਇੱਕ ਅੰਗ ਨੂੰ ਯਿਸੂ ਦੇ ਪਾਕ ਲਹੂ ਦੇ ਪਵਿੱਤਰ ਖੂਨਾਂ ਤੋਂ ਕੇ ਕਲੀਂਸ ਕਰਦੀ ਹਾਂ। ਉਹਨਾਂ ਦੇ ਜ਼ਖਮਾਂ ਨੂੰ, ਉਹਨਾਂ ਦੀ ਡਾਇਬੀਟਿਕ ਦੇ ਜ਼ਖਮਾਂ ਨੂੰ, ਉਹਨਾਂ ਦੀ ਬਿਮਾਰੀਆਂ ਦੇ ਜ਼ਖਮਾਂ ਨੂੰ, ਉਹਨਾਂ ਦੀ ਜੋ ਵੀ ਕੋਈ ਪ੍ਰੋਬਲਮ ਸੀ, ਪ੍ਰਭੂ ਯਿਸੂ ਤੁਸੀਂ ਹੀਲਰ ਪਰਮੇਸ਼ਰ ਹੋ, ਤੁਸੀਂ ਦਇਆਵਾਨ ਕਿਰਪਾਲੂ ਪਰਮੇਸ਼ਰ ਹੋ। ਪਿਤਾ ਜੀ, ਜੋ ਤੁਸੀਂ ਹਜ਼ਾਰਾਂ ਸਾਲ ਪਹਿਲੇ ਕੀਤਾ ਸੀ, ਉਹੀ ਤੁਸੀਂ ਅੱਜ ਕਰਦੇ ਹੋ। ਲੰਗੜਿਆਂ ਨੂੰ ਅੱਖਾਂ ਲੱਤਾਂ ਦਿੰਦੇ ਹੋ, ਅੰਨਿਆਂ ਨੂੰ ਅੱਖਾਂ ਦਿੰਦੇ ਹੋ, ਗੂੰਗਿਆਂ ਨੂੰ ਜ਼ੁਬਾਨ ਦਿੰਦੇ ਹੋ, ਬੋਲਿਆਂ ਨੂੰ ਕੰਨ ਦਿੰਦੇ ਹੋ। ਔਰ ਪਿਤਾ ਪਰਮੇਸ਼ਰ, ਮੈਂ ਵਿਸ਼ਵਾਸ ਕਰਦੀ ਹਾਂ, ਔਰ ਜੋ ਵੀ ਨੇਚਰ 'ਚ ਕਮਜ਼ੋਰ ਹੈ ਪਿਤਾ ਜੀ, ਉਹਨਾਂ ਦੀ ਜ਼ਿੰਦਗੀ 'ਚ ਪਿਤਾ ਜੀ ਪਵਿੱਤਰ ਆਤਮਾ ਫਰਿਸ਼ਤਾ ਦੂਤ ਰਿਲੀਜ਼ ਕਰੋ, ਉਹਨਾਂ ਨੂੰ ਗਾਈਡਿੰਗ, ਉਹਨਾਂ ਨੂੰ ਅੰਡਰਸਟੈਂਡਿੰਗ ਦਿਓ। ਉਹਨਾਂ ਦੇ ਘਰ 'ਚ ਕੋਈ ਗਾਲੀਆਂ ਕਰਦਾ, ਜਾਂ ਸ਼ਰਾਬ ਪੀਂਦਾ, ਜਾਂ ਕੋਈ ਪ੍ਰੋਬਲਮ ਕਰਦਾ, ਜਾਂ ਕੋਈ ਜਨਾਹ ਕਰੀਆਂ ਕਰਦਾ, ਜਾਂ ਚੋਰੀਆਂ ਕਰਦਾ, ਜਾਂ ਜਾਦੂ ਟੂਣੇ ਦੇ ਪਿੱਛੇ ਲੱਗਿਆ, ਜਾਂ ਪਖਬਾਨੀਆਂ ਪਿੱਛੇ ਲੱਗਿਆ, ਪਿਤਾ ਜੀ ਉਹ ਮੈਂ ਸਾਰੇ ਦਰਵਾਜ਼ੇ ਜਿੰਦਾ ਵਾਪਸ ਹੋਆ ਜਰੀ ਦੇ ਨਾਂ 'ਚ ਧਰਤੀ 'ਤੇ ਬੰਦ ਦਿੰਦੀ ਹਾਂ, ਇਨ ਜੀਸਸ ਨੇਮ, ਆਮੇਨ। ਫਾਦਰ ਜੀ, ਉਹਨਾਂ ਦੇ ਦਿਲ ਦੀਆਂ ਅੱਖਾਂ ਨੂੰ ਖੋਲੋ, ਪਿਤਾ ਜੀ ਉਹਨਾਂ ਦੇ ਦਿਲ ਦੀਆਂ ਅੱਖਾਂ ਨੂੰ ਟੱਚ ਕਰੋ, ਕਿ ਬਾਈਬਲ 'ਚ ਲਿਖਿਆ ਹੈ, ਭਾਰ ਥੱਲੇ ਦੱਬੇ ਹੋਏ ਥੱਕੇ ਹੋਏ ਮੇਰੇ ਕੋਲ ਆਵੋ, ਮੈਂ ਤੁਹਾਨੂੰ ਆਰਾਮ ਦਾ। ਅਗਰ ਤੁਸੀਂ
ਚੋਰੀ ਕਰਕੇ ਆਪਣਾ ਘਰ ਭਰਨਾ ਚਾਹੁੰਦੇ ਹੋ, ਜਾਂ ਜਨਾਹਕਾਰੀਆਂ ਕਰਕੇ ਤੁਸੀਂ ਲੋਕਾਂ ਨੂੰ ਬਰਬਾਦ ਕਰਦੇ ਹੋ, ਜਾਂ ਤੁਸੀਂ ਬੁੱਧ ਪ੍ਰਸਤੀਆਂ ਕਰਕੇ ਜਾਂ ਜਾਦੂ ਟੂਣਿਆਂ ਕਰਕੇ ਕਿਸੇ ਦਾ ਨੁਕਸਾਨ ਕਰਨਾ ਚਾਹੁੰਦੇ ਹੋ, ਤੁਹਾਡਾ ਕੁਝ ਵੀ ਨਹੀਂ ਵਿਗੜਦਾ। ਪਰ ਤੁਸੀਂ ਜਿਹੜਾ ਜਾਦੂਗਰਾਂ ਨੂੰ ਪੈਸੇ ਦਿੰਦੇ ਹੋ ਜਾਂ ਤੁਸੀਂ, ਉਹ ਤਾਂ ਤੁਹਾਡਾ ਨੁਕਸਾਨ ਹੁੰਦਾ ਹੈ। ਉਹਨਾਂ ਚੀਜ਼ਾਂ ਤੋਂ ਤੁਸੀਂ ਬਚ ਜਾਓ। ਮਦਦ ਲਈ ਸਿਰਫ ਪਰਮੇਸ਼ਰ ਕੋਲ ਪੁਕਾਰ ਕਰੋ ਤਾਂ ਕਿ ਉਹ ਆਪਣੀ ਸ਼ਾਹੀ ਖਜ਼ਾਨੇ 'ਚੋਂ ਤੁਹਾਡੇ ਘਰ 'ਚ ਆਪਣੀ ਬਰਕਤ ਨੂੰ ਰਿਲੀਜ਼ ਕਰੇ। ਇਨ ਜੀਸਸ ਨੇਮ, ਯਿਸੂ ਦੇ ਨਾਂ 'ਚ ਮੰਗਦੀਆਂ, ਆਮੀਨ। ਜਦੋਂ ਵੀ ਹੁਣ ਅਸੀਂ ਫੇਰ ਮਿਲਾਂਗੇ, ਪਰਮੇਸ਼ਰ ਦੀ ਬਰਕਤ ਤੁਹਾਡੇ ਘਰਾਂ ਵਿੱਚ ਹੋਏਗੀ ਔਰ ਤੁਹਾਨੂੰ ਸ਼ਾਂਤੀ ਔਰ ਪੀਸ ਦੇਗਾ। ਜਿੰਦਾ ਪਰਮੇਸ਼ਰ, ਯਿਸੂ ਦੇ ਨਾਂ 'ਚ ਮੰਗਦੀਆਂ, ਆਮੀਨ।